ਤੁਸੀਂ ਸੁਣਾਓ ਅੱਜ ਸਾਨੂੰ ਕਿੱਥੇ ਲੈ ਕੇ ਚੱਲੇ ਹੋ? ਅੱਜ ਜਿਹੜੀ ਅਸੀਂ ਕਵਰ ਕਰਾਂਗੇ ਸਟੇਟ ਜਿਹੜੀ ਇੰਡੀਆ ਦੀ ਹੈਗੀ ਵਨ ਆਫ ਦਾ ਮੋਸਟ ਬਿਊਟੀਫੁਲ ਬਹੁਤ ਖੂਬਸੂਰਤ ਉਹ ਹੈ ਕੇਰਲ। ਤੁਸੀਂ ਕਿੱਦਾਂ ਸਾਨੂੰ ਦਿਖਾਣੇ ਆ ਕੇਰਲਾ ਕਿ ਸਾਨੂੰ ਕਲਚਰ ਦੇ ਬਾਰੇ ਵੀ ਉੱਥੇ ਦੇ ਪਤਾ ਲੱਗੇ। ਕੇਰਲ ਇਜ਼ ਅਬਾਊਟ ਕੰਮ। ਬਿਲਕੁਲ ਤੁਸੀਂ ਹਾਂਜੀ। ਆਯੁਰਵੇਦਾ ਦੇਖੋ। ਮੈਨੂੰ ਈ ਵੀਜ਼ਾ ਅਪਲਾਈ ਕਰਨਾ ਚਾਹੀਦਾ ਉਹ ਜੀ। ਬੈਸਟ ਆ ਜਾਂ ਫਿਰ ਪੇਪਰ ਵੀਜ਼ਾ ਤੇ ਕਿੰਨਾ ਟਾਈਮ ਲੱਗਦਾ ਫਿਰ ਈ ਵੀਜ਼ਾ ਨੂੰ ਤੇ ਪੇਪਰ ਵੀਜ਼ਾ ਨੂੰ? ਸਤਿ ਸ਼੍ਰੀ ਅਕਾਲ, ਮੇਰਾ ਨਾਮ ਹੈ ਰੀਮਾ ਵਿਰਦੀ ਔਰ ਅੱਜ ਅਸੀਂ ਫੇਰ ਮਿਲੇ ਹਾਂ। ਚਲੋ ਚਲਿਏ ਵਿਦ ਪੇਅਰ ਟਰੈਵਲ। ਜੇ ਅਸੀਂ ਗੱਲ ਕਰ ਰਹੇ ਸੀ ਇੰਡੀਆ ਟੂਰ ਦੀ, ਇਹਨਾਂ ਨੇ ਸਾਨੂੰ ਲਾਸਟ ਟਾਈਮ ਮਨਦੀਪ ਜੀ ਨੇ ਸਾਨੂੰ ਦੱਸਿਆ ਸੀਗਾ ਕਿ ਡ੍ਰੀਮ ਇੰਡੀਆ ਜਿਹੜਾ ਕਿ ਉਹਦਾ ਟੂਰ ਲੈ ਕੇ ਜਾ ਰਿਹਾ। ਇੰਡੀਆ ਇੰਨਾ ਬੜਾ ਆ ਨਾ ਕਿ ਕਿੰਨੀਆਂ ਵੀ ਸਿਟੀਜ਼ ਉਹਦੇ ਅੰਦਰ ਅਸੀਂ ਘੁੰਮ ਲਈਏ ਉਹ ਕਦੀ ਕਾਫੀ ਨਹੀਂ ਹੋਣੀਆਂ। ਪਰ ਆਪਾਂ ਹੁਣ ਦੇਖਦੇ ਹਾਂ, ਪੁੱਛਦੇ ਹਾਂ ਮਨਦੀਪ ਜੀ ਨੂੰ ਕਿ ਸਾਨੂੰ ਹੁਣ ਕਿੱਥੇ ਲੈ ਕੇ ਚੱਲਿਆ। ਸਤਿ ਸ਼੍ਰੀ ਅਕਾਲ ਮਨਦੀਪ ਜੀ। ਸਤਿ ਸ਼੍ਰੀ ਅਕਾਲ ਰੀਮਾ ਜੀ, ਕਿੱਦਾਂ ਠੀਕ ਹੋ ਤੁਸੀਂ? ਜੀ ਵਧੀਆ ਜੀ, ਤੁਸੀਂ ਸੁਣਾਓ? ਜੀ ਬਿਲਕੁਲ ਠੀਕ, ਥੈਂਕ ਯੂ। ਜੀ ਮੈਂ ਬੜੀ ਐਕਸਾਈਟਿਡ ਹਾਂ ਅੱਜ। ਵੈਸੇ ਮੈਨੂੰ ਪਤਾ ਤੁਸੀਂ ਕਿੱਥੇ ਲੈ ਕੇ ਚੱਲੇ ਹੋ, ਪਰ ਫਿਰ ਵੀ ਇੱਕ ਵਾਰੀ ਹੋਰ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਕਿ ਕਿੱਥੇ ਲੈ ਕੇ ਚੱਲੇ ਹੋ। ਜੀ ਬਿਲਕੁਲ, ਜਿੱਦਾਂ ਕਿ ਹੁਣੇ ਤੁਸੀਂ ਕਿਹਾ ਕਿ ਬਹੁਤ ਹੀ ਵੱਡਾ ਇੰਡੀਆ ਐਂਡ ਇੰਡੀਆ ਦੇ ਵਿੱਚ ਜਿੰਨਾ ਮਰਜ਼ੀ ਤੁਸੀਂ ਕਵਰ ਕਰ ਲਓ। ਆਈ ਥਿੰਕ ਪੂਰਾ ਇੰਡੀਆ ਕਵਰ ਕਰਨ ਵਾਸਤੇ ਸਾਲ ਕੁ ਚਾਹੀਦਾ ਹੋਣਾ। ਬਿਲਕੁਲ ਹਾਂਜੀ। ਕਿਉਂਕਿ ਐਨੀ ਸਿਟੀਜ਼ ਇੰਨੇ ਜ਼ਿਆਦਾ ਐਂਡ ਦੈਨ ਮੂਵਿੰਗ ਇਨ ਬਿਟਵੀਨ ਦ ਸਿਟੀਜ਼ ਕਈ ਵਾਰੀ ਟ੍ਰੈਫਿਕ ਕਰਕੇ ਤੇ ਟਾਈਮ ਬਹੁਤ ਜ਼ਿਆਦਾ ਤੁਹਾਨੂੰ ਲੱਗ ਜਾਂਦਾ ਹੈ। ਬਿਲਕੁਲ ਸੋ ਮਗਰ ਇੱਕ ਹੋਰ ਕਿਉਂਕਿ ਅਸੀਂ ਜ਼ਿਆਦਾਤਰ ਆਉਂਦੇ ਆ ਨਾਰਥ ਇੰਡੀਆ ਤੋਂ। ਅਸੀਂ ਜ਼ਿਆਦਾ ਨਾਰਥ ਵੱਲ ਪੰਜਾਬ ਦਿੱਲੀ ਜ਼ਿਆਦਾ ਯੂਪੀ ਦੇ ਆਸ-ਪਾਸ ਜਿਹੜੇ ਸਾਡੇ ਕਿਉਂਕਿ ਜ਼ਿਆਦਾਤਰ ਜਿਹੜੇ ਪੰਜਾਬੀ ਲੋਕ ਹੈਗੇ ਉਹ ਨਾਰਥ ਵਾਲੇ ਪਾਸੇ ਘੁੰਮਦੇ ਜਿਹੜਾ ਆ। ਕਿ ਉੱਤੇ ਵਾਲੇ ਪਾਸੇ ਇੰਡੀਆ ਦੇ ਹਾਂਜੀ। ਉੱਥੇ ਫਸੇ ਹੋਏ ਹੈ। ਸੋ ਬਹੁਤ ਹੀ ਘੱਟ ਚਾਂਸ ਰੀਮਾ ਹੁੰਦਾ ਹੈ ਕਿ ਅਸੀਂ ਸਾਊਥ ਵੱਲ ਜਾਈਏ ਕਿਉਂਕਿ ਇੱਕ ਤੇ ਉਹ ਦੂਰ ਬਹੁਤ ਹੈ, ਟਾਈਮ ਬੜਾ ਲੱਗਦਾ ਜਾਣ ਵੇਲੇ, ਤੇ ਬਿਲਕੁਲ ਦੂਸਰੀ ਗੱਲ ਹੈ ਕਿ ਉਹ ਨਾਰਥ ਔਰ ਸਾਊਥ ਦਾ ਨਾ ਕੋਈ ਟੂ ਬੀ ਓਨੈਸਟ ਚਾਹੇ ਤੁਸੀਂ ਬੋਲੀ ਦੇਖ ਲਓ, ਚਾਹੇ ਲੋਕ ਦੇਖ ਲਓ, ਚਾਹੇ ਖਾਣਾ ਦੇਖ ਲਓ, ਮੇਲ ਨਹੀਂ ਹੈ। ਬਿਲਕੁਲ ਅਲੱਗ ਦੁਨੀਆ। ਟੋਟਲੀ ਡਿਫਰੈਂਟ, ਟੋਟਲੀ। ਕਈ ਵਾਰੀ ਤੁਸੀਂ ਸਾਊਥ ਵਿੱਚ ਜਾ ਕੇ ਤੁਹਾਨੂੰ ਏਦਾਂ ਲੱਗਦਾ ਕਿ ਤੁਸੀਂ ਇੰਡੀਆ ਵਿੱਚ ਹੈ ਹੋ ਹੀ ਨਹੀਂ। ਬਿਲਕੁਲ ਸੋ ਅੱਜ ਜਿਹੜੀ ਅਸੀਂ ਕਵਰ ਕਰਾਂਗੇ ਸਟੇਟ ਜਿਹੜੀ ਇੰਡੀਆ ਦੀ ਹੈਗੀ ਵਨ ਆਫ ਦਾ ਮੋਸਟ ਬਿਊਟੀਫੁਲ ਬਹੁਤ ਖੂਬਸੂਰਤ ਉਹ ਹੈ ਕੇਰਲਾ। ਐਂਡ ਸਾਰਿਆਂ ਨੇ ਕੇਰਲਾ ਬਾਰੇ ਸੁਣਿਆ ਹੋਣਾ ਹੈ। ਆਈ ਡੋਂਟ ਥਿੰਕ ਕਿ ਕੋਈ ਵੀ ਹੈ ਜਿਨ੍ਹਾਂ ਨੇ ਕੇਰਲਾ ਬਾਰੇ ਨਹੀਂ ਸੁਣਿਆ ਹੋਣਾ। ਐਂਡ ਇੰਡੀਆ ਦੇ ਵਿੱਚ ਲੋਕ ਰਹਿ ਕੇ ਕਈ ਵਾਰੀ ਕੇਰਲਾ ਨਹੀਂ ਕਵਰ ਕਰ ਸਕਦੇ ਹੈਗੇ, ਮਗਰ ਫੋਰਨਰਸ ਜਿਹੜੇ ਲੋਕ ਹੈ ਉਹਨਾਂ ਵਾਸਤੇ ਜਿਹੜੀ ਕੇਰਲਾ ਹੈ ਇਟਸ ਅ ਵੈਰੀ ਐਗਜ਼ੋਟਿਕ ਡੈਸਟੀਨੇਸ਼ਨ। ਸੋ ਅਸੀਂ ਕੇਰਲਾ ਟੂਰ ਕਰਦੇ ਹੈਗੇ ਆ ਤਾਂ ਕਰਕੇ ਉਹ ਜਿਹੜੀ ਚੀਜ਼ਾਂ ਤੁਹਾਨੂੰ ਦਿਖਾ ਸਕੀਏ ਜਿਹੜੀ ਕਿ ਬਹੁਤ ਖੂਬਸੂਰਤ ਤੇ ਵਾਈਬ੍ਰੈਂਟ ਹੈ। ਦੈਟਸ ਨਾਈਸ। ਸੋ ਜਿੱਦਾਂ ਤੁਸੀਂ ਕਿਹਾ ਕਿ ਕੇਰਲਾ ਦਾ ਜਿਹੜਾ ਕਲਚਰ ਆ ਜੀ ਉਹ ਬਿਲਕੁਲ ਅਲੱਗ ਆ। ਸੋ ਅਸੀਂ ਉੱਥੇ ਏਦਾਂ ਦਾ ਕੀ ਦੇਖਦੇ ਆ? ਆਈ ਨੋ ਕੇਰਲਾ ਦੇ ਵਿੱਚ ਬੀਚਸ ਵਗੈਰਾ ਵੀ ਹੈਗੇ ਆ, ਬਟ ਤੁਸੀਂ ਕਿੱਦਾਂ ਸਾਨੂੰ ਦਿਖਾਣੇ ਆ ਕੇਰਲਾ ਕਿ ਸਾਨੂੰ ਕਲਚਰ ਦੇ ਬਾਰੇ ਵੀ ਉੱਥੇ ਦੇ ਪਤਾ ਲੱਗੇ? ਬਿਲਕੁਲ ਰੀਮਾ, ਇਹ ਨਾ ਇੰਟਰਸਟਿੰਗਲੀ ਵੈਸੇ ਬਹੁਤ ਤੁਸੀਂ ਅੱਛਾ ਸਵਾਲ ਪੁੱਛਿਆ। ਕੇਰਲਾ ਜਿਹੜਾ ਨਾ ਜਦੋਂ ਅਸੀਂ ਐਡਵਰਟਾਈਜ਼ ਕਰਦੇ ਆ ਨਾ ਤੇ ਸਾਨੂੰ ਕਈ ਫੋਨ ਆਉਂਦੇ ਆ, ਅੱਛਾ ਸਿਰਫ ਅਸੀਂ ਕੇਰਲਾ ਜਾਣਾ ਹੈ। ਐਂਡ ਜਦੋਂ ਮੈਂ ਉਹਨਾਂ ਨੂੰ ਕਹਿਣਾ ਸਿਰਫ ਤੁਸੀਂ ਸਾਡੀ ਆਈਟਨਰੀ ਦੇਖੀ ਹੈ। ਸੋ ਤੁਸੀਂ ਦੇਖੋ ਕੇਰਲਾ ਇਜ਼ ਅ ਵੈਰੀ ਬਿਗ ਸਟੇਟ ਔਰ ਕੇਰਲਾ ਦੇ ਵਿੱਚ ਹੀ ਜਦੋਂ ਤੁਸੀਂ ਡਿਫਰੈਂਟ ਪਾਰਟਸ ਜਾਂਦੇ ਹੋ ਨਾ ਤੇ ਹਰ ਜਗ੍ਹਾ ਹੀ ਡਿਫਰੈਂਟ ਹੈ ਇੱਕ ਦੂਸਰੇ ਤੋਂ। ਸੋ ਫॉर ਐਗਜ਼ਾਮਪਲ ਜਦੋਂ ਅਸੀਂ ਲੈਂਡ ਕਰਦੇ ਹਾਂ, ਅਸੀਂ ਕੋਚੀ ਲੈਂਡ ਕਰਦੇ ਹਾਂ। ਕੋਚੀਨ ਜਿਹੜਾ ਹੁੰਦਾ ਸੀਗਾ ਪਹਿਲੇ, ਹੁਣ ਕੋਚੀ ਹੈ। ਤੇ ਕੋਚੀ ਤੋਂ ਇਸ ਅ ਸਿਟੀ, ਠੀਕ ਹੈ। ਮਗਰ ਜਦੋਂ ਤੁਸੀਂ ਕੋਚੀ ਲੈਂਡ ਕਰਦੇ ਹੋ ਨਾ ਤੁਹਾਨੂੰ ਲੈਂਡ ਹੁੰਦੇ ਹੀ ਡਿਫਰੈਂਸ ਪਤਾ ਲੱਗ ਜਾਂਦੇ ਹੈਗੇ। ਇਟਸ ਸੋ ਗ੍ਰੀਨ। ਨਾਰਮਲੀ ਇੰਡੀਆ ਦੇ ਵਿੱਚ ਸਿਟੀਜ਼ ਜਦੋਂ ਅਸੀਂ ਜਿੱਦਾਂ ਜਲੰਧਰ ਜਾਂਦੇ ਆ ਜਾਂ ਦਿੱਲੀ ਜਾਂਦੇ ਆ, ਸਾਨੂੰ ਇੰਨੀ ਗ੍ਰੀਨ ਨਹੀਂ ਦਿਖਦੀ। ਸੋ ਕੋਚੀ ਤੁਸੀਂ ਦੇਖੋ ਸਿਟੀ ਇਟਸੈਲਫ ਇਜ਼ ਵੈਰੀ ਗ੍ਰੀਨ। ਸੋ ਐਂਡ ਉੱਥੇ ਜਦੋਂ ਤੁਸੀਂ ਲੈਂਡ ਹੁੰਦੇ ਹੋ ਨਾ, ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪੈਨਲ ਫਾਰਮ ਕੋਚੀ 에ਅਰਪੋਰਟ ਤੇ ਹੈ। ਸਭ ਤੋਂ ਵੱਡਾ ਇੰਡੀਆ ਦਾ ਸੋਲਰ ਪੈਨਲ ਫਾਰਮ ਐਂਡ ਇਟ ਲੁਕਸ ਰੀਅਲੀ ਬਿਊਟੀਫੁਲ ਕਿਉਂਕਿ ਤੁਸੀਂ ਬੜੇ ਸਾਰੇ ਸੋਲਰ ਪੈਨਲ ਥੱਲੇ ਦੇਖਦੇ ਹੈਗੇ ਹੋ। ਐਂਡ ਕੋਚੀ ਤੋਂ ਫਿਰ ਅਸੀਂ ਜਾਂਦੇ ਹੈਗੇ ਕੇਰਲਾ ਦੇ ਵਿੱਚ ਨਾ ਇੱਕ ਬਹੁਤ ਹੀ ਖੂਬਸੂਰਤ ਚੀਜ਼ ਹੈ ਜਿਹਨੂੰ ਕਹਿੰਦੇ ਬੈਕ ਵਾਟਰਸ। ਤੇ ਉਹ ਜਗ੍ਹਾ ਦਾ ਨਾਮ ਹੈਗਾ ਕੁਮਾਰਾਕੋਮ। ਐਂਡ ਐਕਚੁਅਲੀ ਜਿਹੜੇ ਬੈਕ ਵਾਟਰਸ ਹੈ ਦੈਟਸ ਐਲੇਪੀ। ਸੋ ਅਸੀਂ ਕੁਮਾਰਾਕੋਮ 2 ਰਾਤਾਂ ਰਹਿੰਦੇ ਆ ਐਂਡ ਐਕਚੁਅਲੀ ਜਿਹੜਾ ਸਾਡਾ ਹੋਟਲ ਹੈ ਨਾ ਉਹ ਬੈਕ ਵਾਟਰਸ ਦੇ ਉੱਤੇ ਹੀ ਹੈ। ਤੇ ਤੁਸੀਂ ਦੇਖੋ ਕਿ ਜਿਹੜੇ ਬੈਕ ਵਾਟਰਸ ਹੈ ਨਾ, ਬੈਕ ਵਾਟਰ ਉਹ ਪਾਣੀ ਹੈ ਜਿਹੜਾ ਸਮੁੰਦਰ ਤੋਂ ਆਂਦਾ ਹੈ ਪਰ ਵਾਪਸ ਸਮੁੰਦਰ ਵੱਲ ਨਹੀਂ ਜਾਂਦਾ, ਉੱਥੇ ਹੀ ਠਹਿਰ ਜਾਂਦਾ ਹੈ। ਐਂਡ ਇਟਸ ਵੈਰੀ ਕੁਆਇਟ ਕਿਉਂਕਿ ਤੁਸੀਂ ਦੇਖੋ ਜਿਹੜੇ ਸੀਜ਼ ਹੈ, ਓਸ਼ਨਸ ਹੈ, ਉਹਦੇ ਵਿੱਚ ਵੇਵਸ ਹੁੰਦੀ ਹੈ ਤੇ ਉਹ ਕਾਫੀ ਸਾਊਂਡ ਹੁੰਦੀ ਹੈ ਉੱਥੇ ਜੇ ਤੁਸੀਂ ਬੀਚ ਤੇ ਹੋ। ਮਗਰ
ਜਿਹੜਾ ਬੈਕ ਵਾਟਰ ਹੈ ਨਾ ਉਹ ਬਿਲਕੁਲ ਕਾਮ ਹੈ ਪਾਣੀ। ਓਕੇ ਸੋ ਅਸੀਂ ਜਿਹੜਾ ਸਾਡਾ ਈਵਨ ਹੋਟਲ ਹੈ ਉਹਦੀ ਪ੍ਰਾਈਵੇਟ ਬੋਟ ਵੀ ਹੁੰਦੀ ਹੈ। ਸੋ ਜਦੋਂ ਅਸੀਂ ਲੈਂਡ ਕਰਦੇ ਆ ਨਾ ਤੇ ਉਹ ਦਿਖਦਾ ਹੀ ਬੜਾ ਸੋਹਣਾ ਹੈ ਪਿੱਛੇ ਪੂਰਾ ਬੈਕ ਵਾਟਰਸ। ਤੇ ਅਸੀਂ ਸਪੈਸ਼ਲੀ ਹੋਟਲ ਵਾਲੇ ਨਾ ਸਾਡੇ ਗਰੁੱਪ ਵਾਸਤੇ ਅਰੇਂਜ ਕਰਦੇ ਆ ਕਿ ਅਸੀਂ ਉਹ ਹੋਟਲ ਦੀ ਬੋਟ ਯੂਜ਼ ਕਰਕੇ ਵੀ ਗੋ ਫॉर 1 ਆਵਰ ਇਨ ਦ ਈਵਨਿੰਗ ਵੈਨ ਦ ਸਨ ਇਜ਼ ਸੈਟਿੰਗ Yeah. ਤੇ ਅਸੀਂ ਉਹ 1 ਘੰਟੇ ਦਾ ਨਾ ਉੱਥੇ ਰਾਉਂਡ ਮਾਰ ਕੇ ਆਨੇ ਔਨ ਦ ਬੈਕ Okay. ਵਾਟਰਸ Yeah, and it's that's very lovely. nice, very calm, very vibrant. Kerala is about calm. ਬਿਲਕੁਲ ਤੁਸੀਂ ਹਾਂਜੀ ਆਯੁਰਵੇਦਾ ਦੇਖੋ, ਤੁਸੀਂ ਉਹਦੇ ਦੇ ਹਰਬਸ ਦੇਖੋ, ਹਾਂਜੀ। ਹਰਬਲ ਟ੍ਰੀਟਮੈਂਟਸ ਦੇਖੋ, ਸਾਰਾ ਕੇਰਲਾ ਤੋਂ ਹੀ ਆਉਂਦਾ ਹੈਗਾ। ਐਂਡ ਕੁਝ ਲੋਕ ਸਪੈਸ਼ਲ ਟ੍ਰੀਟਮੈਂਟ ਕਰਾਉਣ ਵੀ ਕਰਾਉਣ ਵੀ ਉੱਥੇ ਜਾਂਦੇ ਆ। ਸੋ ਇਹ ਵੀ ਤੁਹਾਡੀ ਕਾਰਟੀਨਰੀ ਦਾ ਹਿੱਸਾ ਆ ਕਿ ਤੁਸੀਂ ਉੱਥੇ ਕੋਈ ਏਦਾਂ ਦਾ ਥੈਰੇਪੀ ਜਾਂ ਕੁਝ ਏਦਾਂ ਦਾ ਜਿਹੜੇ ਵੀ ਹੋਟਲਸ ਅਸੀਂ ਯੂਜ਼ ਕਰਦੇ ਆ ਸਾਰਿਆਂ ਦੇ ਵਿੱਚ ਐਂਡ ਸਾਰੇ ਦੇ all the hotels are known for their ayurvedic herbal treatments Okay. in Kerala. ਓਕੇ ਸੋ ਮਗਰ ਇਹ ਹੈਗਾ ਕਿ ਜਿਹੜੇ ਹੋਟਲਸ ਅਸੀਂ ਯੂਜ਼ ਕਰਦੇ ਹੋ ਥੋੜੇ ਜਿਹੇ ਮਹਿੰਗੇ ਹੈ। ਸੋ ਅਗਰ ਤੁਸੀਂ ਇੱਕ ਜਗ੍ਹਾ ਰਹਿ ਕੇ ਕਾਫੀ ਦਿਨ ਇਲਾਜ ਕਰਾਉਣਾ ਹੈ ਇਟ ਗੈਟਸ ਲਿਟਲ ਬਿਟ ਐਕਸਪੈਂਸਿਵ। ਮਗਰ ਉੱਥੇ ਹੋਰ ਵੀ ਰਿਜ਼ੋਰਟਸ ਹੈਗੇ ਆ ਜਿੱਥੇ ਤੁਸੀਂ ਇਲਾਜ ਜਿਹੜਾ ਹੈਗਾ ਜੇ ਅਗਰ ਕੋਈ ਕਰਵਾਉਣਾ ਹੈਗਾ ਜਿਹਦਾ ਆਯੁਰਵੈਦਿਕ ਜਾਂ ਹਰਬਲ ਉਹ ਵੀ ਤੁਸੀਂ ਕਰਵਾ ਸਕਦੇ ਹੋ। ਸੋ ਦਿਸ ਇਜ਼ ਵੈਰੀ ਨਾਈਸ ਬੈਕ ਵਾਟਰਸ। ਤੇ ਅਸੀਂ ਅਗਲੇ ਦਿਨ ਨਾ ਪੂਰਾ ਦਿਨ ਵਾਸਤੇ ਅਸੀਂ ਇੱਕ ਹਾਊਸ ਬੋਟ ਹੈ ਉਹ ਹਾਇਰ ਕਰਦੇ ਆ ਆਪਣੇ ਗਰੁੱਪ ਵਾਸਤੇ ਤੇ ਉੱਥੇ ਹੀ ਅਸੀਂ ਲੋਕਲ ਕੇਰਲਾ ਹੋਮ ਕੁਕ ਫੂਡ ਅਸੀਂ ਟਰਾਈ ਕਰਵਾਉਣੇ ਆ ਆਪਣੇ ਜਿਹੜੇ ਸਾਡੇ ਲਿਸਨਰਸ ਜਾਂ ਵਿਊਅਰਸ ਜੋ ਸਾਡੇ ਨਾਲ ਟਰੈਵਲ ਕਰਦੇ ਆ ਐਂਡ ਇਟਸ ਵੈਰੀ ਬਿਊਟੀਫੁਲ। ਤਾਂ ਪੂਰਾ ਦਿਨ ਅਸੀਂ ਉਹ ਬੈਕ ਵਾਟਰਸ ਤੇ ਹਾਊਸ ਬੋਟ ਤੇ ਕਰਦੇ ਹੈਗੇ ਸਪੈਂਡ ਐਂਡ ਦੈਨ ਵੀ ਕਮ ਬੈਕ ਇਨ ਦ ਈਵਨਿੰਗ। ਓਕੇ ਤੇ ਅਸੀਂ ਲੰਚ ਵੀ ਉੱਥੇ ਰਾਤ ਕਰਦੇ ਨਹੀਂ ਰੁਕਦੇ ਅਸੀਂ ਨਹੀਂ ਰਾਤ ਨਹੀਂ ਰੁਕਦੇ। ਸੋ ਦੋਨੋਂ ਹੀ ਆਪਸ਼ਨ ਹੁੰਦੀ ਹੈ ਰੀਮਾ। ਸੋ ਨਾ ਐਕਚੁਅਲੀ ਮੈਂ ਨਾ ਐਕਸਟੈਂਸਿਵਲੀ ਪਹਿਲੇ ਸਾਰਾ ਕੁਝ ਕਰਕੇ ਦੇਖ ਚੁੱਕਿਆ ਹੁੰਦਾ ਆਪਣੇ ਐਕਸਪੀਰੀਅੰਸ ਦੇ ਨਾਲ। ਹਾਂਜੀ ਮੈਨੂੰ ਪਤਾ ਹੈ। ਮੈਂ ਐਕਚੁਅਲੀ ਤੁਹਾਨੂੰ ਦੱਸ ਦਵਾਂ ਇਹ ਪਹਿਲਾਂ ਪੂਰਾ ਐਕਸਪੀਰੀਅੰਸ ਕਰ ਲੈਂਦੇ ਆ ਔਰ ਮੇਰੇ ਨਾਲ ਸ਼ਰਤ ਲਾ ਲਓ ਇਹਨਾਂ ਨੇ ਸਾਰੇ ਮਸਾਜਸ ਵੀ ਕਰਾ ਲਏ ਹੋਣੇ ਆ ਹੈ ਨਾ। ਅਰੇ ਸਿਰਫ ਕੇਰਲਾ ਤੁਸੀਂ ਪੁੱਛੋ ਨਾ ਸ਼੍ਰੀਲੰਕਾ ਥਾਈਲੈਂਡ ਲੋ ਜੀ ਮੈਂ ਤਾਂ ਕੋਈ ਛੱਡੀ ਨਹੀਂ। ਸੋ ਮੈਂ ਨਾ ਐਕਚੁਅਲੀ ਦੋਨੋਂ ਐਕਸਪੀਰੀਅੰਸ ਕੀਤੇ ਆ ਦਿਨ ਵੇਲੇ ਵੀ ਔਰ ਰਾਤ ਵੇਲੇ ਵੀ। ਸੋ ਰਾਤ ਵੇਲੇ ਨਾ ਪ੍ਰੋਬਲਮ ਹੈ ਕਿ ਦਿਨ ਵੇਲੇ ਤੁਸੀਂ ਉਹ ਪਾਮ ਟਰੀਜ਼ ਔਰ ਨਜ਼ਾਰੇ ਔਰ ਬਾਕੀ ਹਾਊਸ ਬੋਟ ਸਭ ਦੇਖ ਰਹੇ ਹੋ ਕਿੰਨਾ ਖੂਬਸੂਰਤ ਨਜ਼ਾਰਾ ਹੈ ਫੋਟੋਜ਼ ਲੈ ਰਹੇ ਹੋ ਵੀਡੀਓਜ਼। ਰਾਤ ਵੇਲੇ ਕੁਝ ਦਿਖਦਾ ਹੀ ਨਹੀਂ ਬਿਕਾਜ਼ ਦੇयर इज नो ਲਾਈਟ। ਸੋ ਰਾਤ ਵੇਲੇ ਤੁਹਾਨੂੰ ਇਹ ਪਤਾ ਹੈ ਕਿ ਤੁਸੀਂ ਬੋਟ ਤੇ ਹੋ ਬਟ it's so calm and boat is moving but you don't really realize ke so it's more vibrant when you're there in the day. Okay. So मेरा recommendation है कि दिन में जाओ क्योंकि कई लोग रात वेले बोट हायर कर देते हैं कि ज्यादातर ਜਿਹੜੇ ਯੰਗਸਟਰਸ ਵਗੈਰਾ ਟਰੈਵਲ ਕਰਦੇ ਨੇ ਜਿੱਦਾਂ ਮੁੰਡੇ ਉਹ ਕਿਉਂਕਿ ਉਹਨਾਂ ਨੇ ਪਾਰਟੀ ਪੁੱਟੀ ਕਰਨੀ ਹੁੰਦੀ ਹੈ ਤੇ ਉਹ ਜ਼ਿਆਦਾ ਰਾਤ ਵੇਲੇ ਜਿੱਦਾਂ ਹਾਇਰ ਹੋਇਰ ਕਰ ਲੈਂਦੇ ਆ। ਮਗਰ ਬਟ ਦ ਡੇ ਐਕਸਪੀਰੀਅੰਸ ਔਨ ਦ ਬੋਟ ਇਜ਼ absolutely amazing, very nice. ਐਂਡ ਦੈਨ ਫਿਰ ਅਸੀਂ ਕਰਕੇ ਵਾਪਸ ਹੋਟਲ ਆ ਜਾਂਦੇ ਆ ਤੇ ਫਿਰ ਉਸ ਤੋਂ ਬਾਅਦ ਕੁਮਾਰਾਕੋਮ ਤੋਂ ਬਾਅਦ ਅਸੀਂ ਜਾਂਦੇ ਹੈਗੇ ਆ ਦਿਸ ਅ ਪਲੇਸ ਕਾਲਡ ਮੁਨਾਰ। ਓਕੇ ਇਸ ਤੋਂ ਪਹਿਲਾਂ ਅਸੀਂ ਮੁਨਾਰ ਜਾਈਏ ਤੇ ਪਾਮ ਬੀਚਸ ਦੀ ਗੱਲ ਕਰ ਰਹੇ ਸੀ ਅਸੀਂ ਜੀ। ਸੋ ਪਾਮ ਟਰੀਜ਼ ਵਗੈਰਾ ਜਿਹੜੇ ਬੈਕ ਵਾਟਰਸ ਦੀ ਗੱਲ ਕਰ ਰਹੇ ਸੀਗੇ ਬਹੁਤ ਖੂਬਸੂਰਤ ਦਿਖਦੇ ਆ। ਐਂਡ ਉਸ ਤੋਂ ਬਾਅਦ ਬੈਕ ਵਾਟਰਸ ਤੋਂ ਅਸੀਂ ਜਾਂਦੇ ਆ ਉੱਤੇ ਪਹਾੜਾਂ ਵੱਲ। ਦਿਸ ਅ ਪਲੇਸ ਕਾਲਡ ਮੁਨਾਰ। ਅੱਛਾ ਮੁਨਾਰ ਦੀ ਜਿਹੜੀ ਟੀ ਪਲਾਂਟੇਸ਼ਨਸ ਹੈ ਉਹ ਬਹੁਤ ਮਸ਼ਹੂਰ ਹੈ। ਇਜ਼ ਵਨ ਆਫ ਦ ਬੈਸਟ ਇਨ ਦ ਵਰਲਡ ਯੂ ਨੋ। ਤੁਸੀਂ ਉੱਥੇ ਜਾ ਕੇ ਤੁਸੀਂ ਮੂਵੀ ਦੇਖੀ ਚੇਨਈ ਐਕਸਪ੍ਰੈਸ। ਹਾਂਜੀ ਸੋ ਚੇਨਈ ਐਕਸਪ੍ਰੈਸ ਵਿੱਚ ਉਹ ਜਿਹੜਾ ਇੱਕ ਗਾਣਾ ਹੈ ਜਿਹਦੇ ਵਿੱਚ ਉਹ ਟ੍ਰੇਨ ਤੇ ਜਾਂਦੇ ਆ ਐਂਡ ਪੂਰਾ ਦਿਖਾਉਂਦੇ ਆ ਕਸ਼ਮੀਰ ਤੋਂ ਕੰਨਿਆ ਕੁਮਾਰੀ। ਆਈ ਥਿੰਕ ਗਾਣਾ ਵੀ ਇਹੀ ਆ ਐਕਚੁਅਲੀ ਉਹ ਗਾਣਾ ਵੀ ਜਾਂਦੇ ਆ ਨੀਚੇ ਟ੍ਰੇਨ ਤੋਂ ਫਿਰ ਚੜ ਵੀ ਜਾਂਦੇ ਗਾਣਾ ਸ਼ਾਟ ਹੋਇਆ ਮੁਨਾਰ ਵਿੱਚ। ਅੱਛਾ ਓਕੇ ਸੋ ਨਾਓ ਯੂ ਕੈਨ ਇਮੇਜਿਨ ਯੂ ਨੋ ਹਾਊ ਬਿਊਟੀਫੁਲ ਇਟ ਇਜ਼। ਸੋ ਐਂਡ ਯੂ ਨੋ ਐਕਸਕਲੂਸਿਵਲੀ ਮੈਂ ਨਾ ਕੀ ਹੁੰਦਾ ਰੀਮਾ ਜਿਹੜੇ ਅਸੀਂ ਹੋਟਲਸ ਯੂਜ਼ ਕਰਦੇ ਆ ਨਾ ਮੈਂ ਆਈ ਮੇਕ ਸ਼ੋਰ ਕਿ ਉਹ ਸਟ੍ਰੈਟੇਜਿਕਲੀ ਲੋਕੇਟਡ ਹੋਣ। ਜਿੱਦਾਂ ਮੈਂ ਤੁਹਾਨੂੰ ਕੁਮਾਰਾਕੋਮ ਹੋਟਲ ਦੱਸਿਆ ਉਹ ਬੈਕ ਵਾਟਰਸ ਤੇ ਹੈ। ਜਿਹੜਾ ਮੁਨਾਰ ਹੈ ਨਾ the hotel is inside the tea plantation. Okay. So as soon as you come out of the hotel, you're into the tea plantation. Is this a special tea that we get? Tea plantation ਉੱਤੇ? ਅਰੇ ਅਸੀਂ ਉੱਥੇ tea factory ਜਾਂਦੇ ਆ। ਅੱਛਾ। We specially go to the tea factory and ਬੜੇ ਤਰੀਕੇ ਦੀ ਚਾਹ ਰੀਮਾ ਮੈਂ ਤਾਂ ਸੋਚਿਆ ਕਿ ਇੱਕ green tea ਮੈਨੂੰ ਪਤਾ ਸੀਗਾ ਇੱਕ black ਜਿਹੜੀ ਅਸੀਂ ਪੀਂਦੇ ਆ। There's a grey tea, there's a white tea. Oh really? ਹਾਂ। Okay, grey, white. ਹਾਂ and most expensive is the white tea. ਅੱਛਾ most expensive so ਉਹਨੂੰ ਤੁਸੀਂ ਚਬਾ ਵੀ ਸਕਦੇ ਹੋ। ਓਕੇ ਮਗਰ ਵੈਸੇ ਨਾ ਪੱਤੇ ਇੱਕ ਹੀ ਪਲਾਂਟ ਦੇ ਹੁੰਦੇ ਆ ਮਗਰ ਇਹ ਡਿਪੈਂਡ ਕਰਦਾ ਹੈ ਕਿ ਕਿੰਨੇ ਨਵੇਂ ਪੱਤੇ ਆ। ਆਈ ਥਿੰਕ ਜਿੰਨੇ ਨਵੇਂ ਉਹਨੇ ਮਹਿੰਗੇ ਹੁੰਦੇ ਐਂਡ ਆਈ ਥਿੰਕ ਆਮ ਸ਼ੋਰ ਕਿ ਉਹ ਹੈਲਦੀ ਵੀ ਹੁੰਦੇ ਹੋਣਗੇ। ਹੈਲਦੀ ਵੀ ਹੁੰਦੇ ਬਿਕਾਜ਼ ਅਲੱਗ-ਅਲੱਗ ਟਰੀਜ਼ ਮਤਲਬ ਕਿ ਅਲੱਗ। ਚਾਹ when it started it was a herbal treatment ਤੇ ਚਾਈਨੀਜ਼ ਨੇ ਸਟਾਰਟ ਕੀਤੀ ਸੀਗੀ ਹੁਣ ਹੌਲੀ ਆਦਤ ਹੀ ਪੈ ਗਈ ਸਾਰੇ। ਹਾਂਜੀ ਸੋ we actually go to the tea factory ਜਿੱਥੇ ਉਹ ਦਿਖਾਉਂਦੇ ਵੀ ਆ ਪ੍ਰੋਡਕਸ਼ਨ ਵੀ ਕਰਦੇ ਹੈਗੇ ਆ ਚਾਹ ਦੀ। Plus, if you want to buy any, you can do that as well. Okay. So ਸਾਰਾ ਕੁਝ ਦਿਖਾਉਂਦੇ ਆ ਕਿ ਚਾਹ ਐਕਚੁਅਲੀ ਬੰਦੀ ਕਿੱਦਾਂ ਪੱਤਿਆਂ ਤੋਂ ਲੈ ਕੇ
ਤੇ ਉਹ ਜਿਹੜੇ ਛੋਟੇ ਛੋਟੇ ਗੋਲੇ ਜੋ ਹੁੰਦੇ ਨੇ ਹਾਂਜੀ ਸੋ ਉਹ ਅਸੀਂ ਜਾਂਦੇ ਟੀ ਫੈਕਟਰੀ ਐਂਡ ਮੁਨਾਰ ਦੇ ਵਿੱਚ ਹੋਰ ਸਾਰੀ ਕਾਫੀ ਚੀਜ਼ਾਂ ਦੇਖਣ ਵਾਲੀਆਂ ਹੈਗੀਆਂ ਇਟਸ ਐਕਚੁਅਲੀ like Switzerland to be very honest it's very beautiful yeah ਤੇ ਉਹ ਅਸੀਂ ਸਾਰਾ ਦੇਖਦੇ ਹੈਗੇ ਆ and then we go to a place called Thekedi. Thekedi is known for its safaris. okay So Thekedi ਵਿੱਚ ਅਸੀਂ cultural dance ਦੇਖਦੇ ਆ there's elephant kind of a thing ਜੇ ਉਹ ਨਾ ਤੁਹਾਨੂੰ ਹਾਥੀ ਦੇ ਉੱਤੇ ਬਿਠਾਉਂਦੇ ਆ and if you want elephant to pour water on you okay it does that as well ਤੇ ਜੇ ਅਗਰ ਤੁਸੀਂ ਹਾਥੀ ਤੇ ਬੈਠ ਕੇ ਸਵਾਰੀ ਕਰਨੀ ਆ ਉਹ ਵੀ ਤੁਸੀਂ ਕਰ ਸਕਦੇ ਹੈਗੇ ਹੋ ਤੇ ਉੱਥੇ ਨਾ ਅਸੀਂ ਸਫਾਰੀ ਕਰਦੇ ਆ ਬਟ ਇਟਸ ਅ ਡਿਫਰੈਂਟ ਸਫਾਰੀ ਇਟਸ ਨਾਟ ਲਾਈਕ ਅ ਜੰਗਲ ਸਫਾਰੀ ਇਟਸ ਐਕਚੁਅਲੀ ਅ ਜੀਪ ਸਫਾਰੀ okay ਤੇ ਉਹ ਜੀਪ ਸਫਾਰੀ ਨਾ ਉੱਥੇ ਕਿਉਂਕਿ ਮਾਊਂਟੇਨਸ ਹੈ ਉਹ ਥੱਲੇ ਸਾਨੂੰ ਤਾਮਿਲਨਾਡੂ ਤੱਕ ਲੈ ਕੇ ਜਾਂਦੇ ਆ ਸੋ ਵੀ ਐਕਚੁਅਲੀ ਵਿਜ਼ਿਟ ਤਾਮਿਲਨਾਡੂ ਐਸ ਵੈਲ ਔਨ ਦੈਟ ਡੇ ਤੇ okay ਉੱਥੇ ਜਿਹੜੀ ਪਲਾਂਟੇਸ਼ਨਸ ਹੈ ਉੱਥੇ ਵਿਨਯਾਰਡਸ ਹੈਗੇ ਆ ਵਾਈਨ ਹੈਗੀ ਆ ਗ੍ਰੇਪ ਵਾਈਨਸ ਉਹ ਸਾਰੀ ਸੀ ਦੇਖਦੇ ਆ ਐਂਡ ਦੈਨ ਵੀ ਕਮ ਬੈਕ ਟੂ Thekedi okay ਸੋ ਇਟਸ ਅ ਵੈਰੀ ਬਿਊਟੀਫੁਲ ਵਾਈਬ੍ਰੈਂਟ ਉਹ Thekedi ਹੋਟਲ ਦੇ ਵਿੱਚ ਸਾਡੇ ਵਾਸਤੇ ਸਪੈਸ਼ਲੀ they organize their Kerala dance show ਤੇ ਉਹ ਅਸੀਂ ਸਾਰਾ ਕੁਝ ਕਰਦੇ ਹੈਗੇ ਆ ਤੇ ਉਸ ਤੋਂ ਬਾਅਦ ਕਰਕੇ ਅਸੀਂ ਨਾ ਥੱਲੇ ਆ ਜਾਂਦੇ ਆ ਬਿਲਕੁਲ ਬੀਚ ਤੇ which is called Marari okay ਨਾ Marari is actually ਜੇ ਤੁਸੀਂ ਗੂਗਲ ਸਰਚ ਕਰੋਗੇ ਨਾ it's a very exclusive kind of a village ਤੇ ਉਹ Marari ਦੇ ਵਿੱਚ ਕੀ ਹੁੰਦਾ ਹੈ ਕਿ ਜ਼ਿਆਦਾ ਟ੍ਰੈਫਿਕ ਵੀ ਨਹੀਂ ਹੈਗਾ ਜ਼ਿਆਦਾ ਤੇ ਜਿਹੜਾ ਅਸੀਂ ਹੋਟਲ Marari ਬੀਚ ਐਕਚੁਅਲੀ ਯੂਜ਼ ਕਰਦੇ ਹੈਗੇ ਆ ਬਹੁਤ ਹੀ ਖੂਬਸੂਰਤ ਹੈ ਵਾਈਬ੍ਰੈਂਟ ਹੈ ਐਂਡ ਉਹ ਇੰਨਾ ਜ਼ਿਆਦਾ ਆਰਗੈਨਿਕ ਔਰ ਪਿਓਰ ਹੈ ਕਿ ਜਿਹੜੀ ਉਹ ਐਕਚੁਅਲੀ ਉੱਥੇ ਅਸੀਂ ਮੀਲਸ ਖਾਂਦੇ ਨਾ ਬਿਕੋਜ਼ ਵੀ ਈਟ ਇਨ ਦਾ ਹੋਟਲ ਕਿਉਂਕਿ ਉਹ ਬੀਚ ਤੇ ਹੈ ਹੋਟਲ ਸੋ ਵੀ ਵਾਂਟ ਯੂ ਟੂ ਇੰਜੋਏ ਦਾ ਬੀਚ ਇਜ਼ ਅ ਵੈਰੀ ਬਿਊਟੀਫੁਲ ਬੀਚ ਤੇ ਜਿਹੜੇ ਅਸੀਂ ਮੀਲਸ ਉੱਥੇ ਖਾਂਦੇ ਆ ਬ੍ਰੈਕਫਾਸਟ ਲੰਚ ਡਿਨਰ ਜਿਹੜੀ ਸਬਜ਼ੀਆਂ ਉੱਥੇ ਹੀ ਉਗਾਉਂਦੇ ਹੈਗੇ ਅੱਛਾ ਸੋ ਉਹ ਸਬਜ਼ੀਆਂ ਐਕਚੁਅਲੀ ਉਹਨਾਂ ਦੇ ਆਪਣੇ ਫਾਰਮ ਦੀ ਹੈ ਸੋ ਵੀ ਗੋ ਫॉर द ਫਾਰਮ ਟੂਰ ਐਸ ਵੈਲ ਤੇ ਉਹੀ ਜਿਹੜੀ ਸਬਜ਼ੀਆਂ ਉਸ ਫਾਰਮ ਵਿੱਚ ਐਂਡ ਆਰਗੈਨਿਕਲੀ ਕੋਈ ਉਹ ਨਹੀਂ ਯੂਜ਼ ਕਰਦੇ ਹੈਗੇ ਜਿੱਦਾਂ ਪੈਸਟੀਸਾਈਡਸ ਵਗੈਰਾ ਕੈਮੀਕਲਸ ਐਂਡ ਆਰਗੈਨਿਕਲੀ ਉਗਾਉਂਦੇ ਤੇ ਉਹੀ ਸਾਨੂੰ ਕੁੱਕ ਕਰਕੇ ਦਿੰਦੇ ਮਿਲਦੇ ਸੋ ਇਟਸ ਸੋ ਆਰਗੈਨਿਕ देयर ਤੇ ਹਾਂ ਤੇ ਮਰਾਰੀ ਦੀ ਹੀ ਨਾ ਜਿਹੜੀ ਅਸੀਂ ਆਯੁਰਵੈਦਿਕ ਮਸਾਜ ਵਗੈਰਾ ਦੀ ਗੱਲ ਕਰ ਰਹੇ ਸੀਗੇ ਇਜ਼ ਵੈਰੀ ਫੇਮਸ ਐਕਚੁਅਲੀ ਉੱਥੇ ਉਹ ਆਯੁਰਵੈਦਿਕ ਡਾਕਟਰ ਹੁੰਦੀ ਹੈ ਸੋ ਪਹਿਲੇ ਉਹ ਤੁਸੀਂ ਜਾ ਕੇ ਤੁਹਾਨੂੰ ਪੁੱਛਦੀ ਹੈ ਕਿ ਕੀ ਤੁਹਾਨੂੰ ਪ੍ਰੋਬਲਮਸ ਹੈ ਔਰ ਸਾਰਾ ਕੁਝ ਤੁਸੀਂ ਉਹਨੂੰ ਦੱਸੋ ਫਿਰ ਉਹ ਉਸ ਹਿਸਾਬ ਦੇ ਨਾਲ ਤੁਹਾਨੂੰ ਦੱਸੇ ਕਿ ਕਿਹੜੇ ਆਇਲ ਦੇ ਨਾਲ ਐਂਡ ਕਿਹੜੀ ਮਸਾਜ ਤੁਸੀਂ ਤੁਹਾਡੇ ਵਾਸਤੇ ਜ਼ਿਆਦਾ ਬੈਨੀਫੀਸ਼ੀਅਲ ਹੋਏਗੀ ਐਂਡ ਉੱਥੇ ਵੀ ਅਸੀਂ ਜਦੋਂ ਅਸੀਂ ਮਨਾਰ ਜਾਂਦੇ ਆ ਵੀ ਗੋ ਟੂ ਦ actually plantation where they make all the oils herbal oils ਤੇ ਉਹ ਵੀ ਅਗਰ ਤੁਸੀਂ ਉਹ ਦਿਖਾਉਂਦੇ ਵੀ ਹੈ and if you want to buy any you can do that oils ਵੀ ਅਸੀਂ ਲੈ ਸਕਦੇ oils ਵੀ ਲੈ ਸਕਦੇ ਹੈਗੇ so Kerala is more about massage oil and natural beauty we also drink like coconut water there which is very special and different ਇੱਕ ਡਰਿੰਕ ਹੁੰਦਾ ਕੇਰਲਾ ਦਾ ਫੇਮਸ ਕੇਰਲਾ ਦਾ ਫੇਮਸ ਡਰਿੰਕ ਹੁੰਦਾ ਇੱਕ ਹਾਂ ਮੈਂ ਸੁਣਿਆ ਸੀਗਾ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਪਰ ਬੈਕ ਪੋਟਸ ਯੈਸ ਮੈਂ ਸੋਚਿਆ ਨਾਮ ਕਿਹੜਾ ਸੀ ਨਾ ਤੁਹਾਡੀ ਤੁਸੀਂ ਦੇਖੋ ਤੁਸੀਂ ਸੁਣਿਆ ਨਾ ਪਹਿਲੇ ਤੋੜ ਦੀ ਦੂਜੇ ਤੋੜ ਦੀ ਤੀਜੇ ਤੋੜ ਦੀ ਸਭ ਤੋਂ ਜ਼ਿਆਦਾ ਨਸ਼ੀਲੀ ਪਹਿਲੇ ਤੋੜ ਦੀ ਉਸ ਤੋਂ ਕੱਟ ਦੂਜੇ ਦੀ ਉਸ ਤੋਂ ਕੱਟ ਸੋ ਟੋਡੀ is actually it comes from the coconut tree so coconut tree ਦਾ ਜਿਹੜਾ ਹੈਗਾ ਨਾ ਬਾਕ ਉਹਦੇ ਵਿੱਚ ਨਾ ਇੱਕ ਛੋਟਾ ਜਿਹਾ ਕੱਟ ਲਾਉਂਦੇ ਆ ਤੇ ਉਹ ਕੱਟ ਵਿੱਚੋਂ ਨਾ ਹੌਲੀ ਨਾ ਇੱਕ ਲਿਕਵਿਡ ਨਿਕਲਦਾ ਹੈ ਸੋ ਲਿਕਵਿਡ ਹੌਲੀ ਇਕੱਠਾ ਹੁੰਦਾ ਰਹਿੰਦਾ ਹੈ ਰਾਈਟ ਇੱਕ ਪੇੜ ਤੋਂ ਉਹ ਬੜੀ ਵਾਰੀ ਨਿਕਲਦਾ ਹੈ ਸੋ ਜਿਹੜਾ ਪਹਿਲਾ ਨਿਕਲਦਾ ਹੈ ਉਹ ਐਕਚੁਅਲੀ ਇਟਸ ਅ ਨੈਚੁਰਲ ਐਲਕੋਹਲ ਠੀਕ ਹੈ ਮਗਰ ਏਦਾਂ ਨਹੀਂ ਹੈ ਕਿ ਤੁਸੀਂ ਸੋ ਟੋਡੀ ਦੇ ਨਾ ਉਹ ਚਿੱਟੀ ਬੋਤਲਾਂ ਨਾ ਭਰ ਕੇ ਰੱਖੇ ਹੁੰਦੇ ਤੁਸੀਂ ਦੇਖਿਓ ਨਹੀਂ ਸੋ ਇਹ ਨਹੀਂ ਹੈ ਕਿ ਤੁਸੀਂ ਇੱਕ ਵਾਰੀ ਪੀ ਕੇ ਟੱਲੀ ਹੋ ਜਾਂਦੇ ਹੋ ਸੋ ਯੂ ਹੈਵ ਟੂ have like 2-3 bottles to actually kick it in so ਟੋਡੀ ਦਾ ਕੀ ਹੈਗਾ ਇਟਸ ਮੋਰ ਜਿੱਦਾਂ ਸਾਡੇ ਇੱਥੇ ਪਬ ਹੈ ਨਾ ਉੱਥੇ ਜਿਹੜੇ ਲੋਕਲ ਲੋਕ ਹੈ ਨਾ ਉਹ ਟੋਡੀ ਫਾਰਮਸ ਤੇ ਜਾ ਕੇ ਸੋਸ਼ਲਾਈਜ਼ ਕਰਦੇ ਆ ਓਕੇ ਠੀਕ ਹੈ ਸੋ ਉਹ ਇਹ ਨਹੀਂ ਹੈ ਉਹ ਮਤਲਬ ਗੱਲਾਂ ਬਾਤਾਂ ਮਾਰਦੇ ਆ ਆਪਣਾ ਲੋਕਲ ਫੂਡ ਖਾਂਦੇ ਆ ਉਹਨਾਂ ਦੀ ਫਿਸ਼ ਬੜੀ ਮਸ਼ਹੂਰ ਹੈਗੀ ਹੈ ਬਲੈਕ ਸਪੋਰਟ ਉਸ ਫਿਸ਼ ਨੂੰ ਕਹਿੰਦੇ ਆ ਐਂਡ ਐਕਚੁਅਲੀ ਉਹ ਅਸੀਂ ਵੀ ਸਰਵ ਕਰਵਾਉਂਦੇ ਆ when we go to this ਹਾਊਸ ਬੋਟ I was talking about so black sport fish ਜਿਹੜੀ ਉਹਨਾਂ ਦੀ ਬਹੁਤ ਫੇਮਸ ਹੈ ਤੇ ਉਹ ਨਾਲੇ ਟੋਡੀ ਉਹ ਪੀਂਦੇ ਆ ਨਾਲੇ ਹੌਲੀ ਗੱਲਾਂ ਕਰਦੇ ਰਹਿੰਦੇ ਸੋ ਜਦ ਤੱਕ ਉਹ 4-5 ਬੋਤਲਾਂ ਖਤਮ ਹੋ ਜਾਂਦੀ ਹੈ ਉਹਨਾਂ ਨੂੰ ਹੌਲੀ ਸਰੂਰ ਜਾਣ ਲੱਗਦਾ ਤਾਂ ਤੱਕ ਉਹਨੇ ਸੋਸ਼ਲਾਈਜ਼ਿੰਗ ਖਤਮ ਹੋ ਜਾਂਦੀ ਸੋ ਦੇ ਡੋਨਟ ਵਾਂਟ ਅ ਵੈਰੀ ਹਾਈ ਕਾਈਂਡ ਆਫ ਐਲਕੋਹਲ ਕਿ ਉਹ ਸ਼ਰਾਬੀ ਹੋ ਜਾਣ ਬਟ ਹਾਂ ਇਟਸ ਕਾਲਡ ਦ ਚੀਪ ਐਲਕੋਹਲ ਮਗਰ ਕੇਰਲਾ ਦੇ ਕਾਫੀ ਲੋਕਲ ਲੋਕ ਜਿਹੜੇ ਉਹ ਟੋਡੀ ਪੀਂਦੇ ਆ ਜੀ ਔਰ ਕਿੰਨੇ ਦਿਨ ਦਾ ਟੂਰ ਹੁੰਦਾ ਕਿੰਨੀ ਦੇਰ ਅਸੀਂ ਕੇਰਲਾ ਚ ਰੁਕਦੇ ਸੋ ਵਾਂਸ ਅਗੇਨ ਇਸ ਅਬਾਊਟ 10 days ਟੂਰ ਤੇ ਕੋਚੀ ਤੋਂ ਸ਼ੁਰੂ ਹੁੰਦਾ ਕੋਚੀ ਹੀ ਖਤਮ ਹੁੰਦਾ ਤੇ ਕੋਚੀ ਦੇ ਵਿੱਚ ਵੀ ਅਸੀਂ ਕਾਫੀ ਚੀਜ਼ਾਂ ਤੁਹਾਨੂੰ ਪਤਾ ਹੈ ਵਾਸਕੋ ਡੀ ਗਾਮਾ
ਜਿਹਨੇ ਅੱਧੀ ਦੁਨੀਆ ਕੀਤੀ ਸੀ ਡਿਸਕਵਰ। ਹਾਂਜੀ। ਸੋ ਵਾਸਕੋ ਡੀ ਗਾਮਾ ਦੀ ਐਕਚੁਅਲੀ ਜਿਹੜੀ ਕਬਰ ਹੈ ਉਹ ਕੇਰਲਾ ਵਿੱਚ ਹੈ, ਓਕੇ, ਕੋਚੀ। ਓਹ ਹਾਂ, ਰਿਅਲੀ? ਹਾਂ, ਵੀ ਅੱਛਾ। ਗੋ ਟੂ दैट ਚਰਚ ਐਸ ਵੈਲ ਵੇਅਰ ਮਤਲਬ ਸਾਰੀ ਉਹਦੀ ਦੁਨੀਆ ਘੁੰਮ-ਘੁਮਾ ਕੇ ਉਹ ਗ੍ਰੇਵ ਉਹਦੇ ਉੱਥੇ ਗ੍ਰੇਵ ਹੈ। ਉੱਥੇ ਗਏ ਸੀ, ਓਕੇ। ਐਂਡ ਉੱਥੇ ਚਾਈਨੀਜ਼ ਫਿਸ਼ਿੰਗ ਨੈਟਸ ਹੈ ਜਿਹੜੇ ਬੜੇ ਯੂਨੀਕ ਹੈ, ਹੂੰ, ਜਿਹੜੇ ਹੂੰ। ਹੁਣ ਯੂਜ਼ ਨਹੀਂ ਹੁੰਦੇ ਮਗਰ ਹਾਲੇ ਵੀ ਕੋਚੀ ਵਿੱਚ ਉਹ ਯੂਜ਼ ਕਰਦੇ ਆ। ਉਹ ਅਸੀਂ ਦੇਖਦੇ ਹੈਗੇ ਆ, ਕਾਫੀ ਸਾਰੀ ਹੋਰ ਚੀਜ਼ਾਂ ਹੈਗੀਆਂ ਕੋਚੀ ਦੇ ਵਿੱਚ ਉਹ ਅਸੀਂ ਦੇਖਦੇ ਆ। ਔਰ ਹੁਣ ਬੜੇ ਹੀ ਇੰਟਰਸਟਿੰਗ ਟੌਪਿਕ ਦੇ ਉੱਤੇ ਗੱਲ ਕਰ ਰਹੇ ਹਾਂ ਜਿਹੜੇ ਕਿ ਹੈਗੇ ਵੀਜ਼ਾਸ। ਆਈ ਨੋ ਕਿ ਵੀਜ਼ਾਸ ਇੱਕ ਟਾਈਮ ਹੁੰਦਾ ਸੀਗਾ ਕਿ ਅਪਾਇੰਟਮੈਂਟ ਲਓ, ਇਹ ਕਰੋ, ਉਹ ਕਰੋ। ਜੀ। ਸੋ ਹੁਣ ਅੱਜਕੱਲ ਵੀਜ਼ਾ ਦੀ ਕੀ ਸਿਚੁਏਸ਼ਨ ਆ? ਸੋ ਰੀਮਾ ਜੀ ਸਪੈਸ਼ਲੀ ਇੰਡੀਆ ਵੀਜ਼ਾ ਦੀ ਗੱਲ ਕਰਦੇ ਹਾਂ ਕਿਉਂਕਿ ਅਸੀਂ ਨਾ ਪੇਅਰ ਟਰੈਵਲ ਤੋਂ ਕਾਫੀ ਸਾਰੀ ਕੰਟਰੀਜ਼ ਦੇ ਵੀਜ਼ਾਸ, ਅੱਛਾ। ਚਾਹੇ ਈਵਨ ਇਫ ਯੂ ਹੈਵ ਟੂ ਟਰੈਵਲ ਟੂ USA, ਤੁਸੀਂ ਉਹ ਤਾਂ ਐਸਟਾ ਹੁੰਦਾ ਹੈ। ਹੂੰ। ਕੈਨੇਡਾ ਟਰੈਵਲ ਕਰਨਾ ਹੈ ETA, ਇਲੈਕਟ੍ਰੋਨਿਕ ਟਰੈਵਲ ਆਥੋਰਾਈਜ਼ੇਸ਼ਨ ਹੈ ETA ਹੈ। ਤੁਸੀਂ ਆਸਟ੍ਰੇਲੀਆ ਟਰੈਵਲ ਕਰਨਾ ਹੈ, ਈਵਨ ਚਾਹੇ ਤੁਹਾਡਾ ਫੋਰਨ ਪਾਸਪੋਰਟ ਹੈ ਜਾਂ ਤੁਹਾਡਾ ਜੇ ਇੰਡੀਅਨ ਪਾਸਪੋਰਟ ਹੈ ਤਾਂ ਵੀ ਯਾ ਤੁਹਾਨੂੰ ਵੀਜ਼ਾ ਚਾਹੀਦਾ, ਉਹ ਵੀ ਅਸੀਂ ਤੁਹਾਡੇ ਵਾਸਤੇ ਪੇਅਰ ਟਰੈਵਲ ਤੋਂ ਕਰਵਾ ਸਕਦੇ ਹਾਂ। ਇੰਡੀਆ ਵੀਜ਼ਾ ਦੀ ਗੱਲ ਕਰੀਏ, ਹਾਂ ਪਹਿਲੇ ਕਾਫੀ ਲੰਬਾ ਪ੍ਰੋਸੈਸ ਹੁੰਦਾ ਸੀਗਾ ਅਬਾਊਟ 5-6 ਸਾਲ ਪਹਿਲੇ ਜਦੋਂ ਇਹਨਾਂ ਨੇ ਈ ਬਿਲਕੁਲ। ਵੀਜ਼ਾਸ ਨਹੀਂ ਇੰਟਰੋਡਿਊਸ ਕੀਤੇ ਸੀਗੇ। ਹੂੰ, ਮਗਰ ਹੁਣ ਈ ਵੀਜ਼ਾਸ ਤੋਂ ਬਾਅਦ ਜਿਹੜੀ ਜਿਹੜੀ ਨੈਸ਼ਨੈਲਿਟੀ ਵਾਸਤੇ ਈ ਵੀਜ਼ਾ ਵੈਲਿਡ ਹੈ ਜੋ ਕਰ ਸਕਦੇ ਅਪਲਾਈ, ਹੂੰ, ਹੂੰ। ਉਹਨਾਂ ਵਾਸਤੇ ਬਹੁਤ ਈਜ਼ੀ ਹੋ ਗਿਆ। ਓਕੇ। ਸੋ ਕੋਈ ਵੀ ਫੋਰਨ ਨੈਸ਼ਨਲ ਹੂੰ, ਹੂੰ। ਇੰਡੀਆ ਦਾ ਵੀਜ਼ਾ ਅਪਲਾਈ ਕਰ ਸਕਦਾ ਹੈ, ਮਗਰ ਉਹ ਈ ਵੀਜ਼ਾ ਅਪਲਾਈ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ, ਇਟ ਰੀਅਲੀ ਡਿਪੈਂਡਸ ਕਿ ਇੰਡੀਆ ਉਹਨਾਂ ਦੀ ਨੈਸ਼ਨੈਲਿਟੀ ਵਾਸਤੇ ਈ ਵੀਜ਼ਾ ਕਰਦਾ ਅਲਾਉ ਜਾਂ ਨਹੀਂ ਕਰਦਾ। ਓਕੇ, ਪਰ ਜੀ। ਸਾਡੇ ਲਈ ਜਿਹੜੇ ਅਸੀਂ ਇੰਡੀਅਨ origin ਹੈਗੇ ਆ, ਸਾਡੇ ਕੋਲ ਬ੍ਰਿਟਿਸ਼ ਪਾਸਪੋਰਟ ਆ, ਅਸੀਂ ਇਹ ਵੀਜ਼ਾ ਅਪਲਾਈ ਕਰ ਸਕਦੇ ਹਾਂ? It doesn't matter. Even if ਅੱਛਾ। you're not of Indian origin, ਓਕੇ, ਚਾਹੇ ਤੁਹਾਡੀ ਐਥਨੀਸਿਟੀ ਵਾਈਟ ਹੈ, ਬਲੈਕ ਹੈ, ਤੇ ਤੁਹਾਡੇ ਕੋਲ ਬ੍ਰਿਟਿਸ਼ ਪਾਸਪੋਰਟ ਹੈ, ਤੁਸੀਂ ਈ ਵੀਜ਼ਾ ਅਪਲਾਈ ਕਰ ਸਕਦੇ ਹੋ। ਓਕੇ। ਤੇ ਜੀ। ਫਿਰ ਕਿੰਨੇ ਤਰੀਕੇ ਦੇ ਵੀਜ਼ਾਸ ਹੁੰਦੇ ਆ? ਈ ਵੀਜ਼ਾ ਤੋਂ ਇਲਾਵਾ ਸੋ ਹੋਰ ਕਿਹੜੇ ਹੁੰਦੇ ਆ? ਨਾਰਮਲੀ ਅਗਰ ਅਸੀਂ ਇਹਨੂੰ ਮੈਜੋਰਟੀ ਵੀ ਡਿਵਾਈਡ ਕਰੀਏ ਤੇ ਇਸ ਪੇਪਰ ਵੀਜ਼ਾ ਐਂਡ ਈ ਵੀਜ਼ਾ, ਇਹੀ ਓਕੇ। ਦੋ ਤਰੀਕੇ ਦੇ ਹੁੰਦੇ ਆ। ਹੂੰ, ਹੂੰ। ਤੇ ਜਿਹੜੇ ਲੋਕ ਈ ਵੀਜ਼ਾ ਨਹੀਂ ਅਪਲਾਈ ਕਰ ਸਕਦੇ ਹੈਗੇ, ਸਪੈਸ਼ਲੀ ਕਈ ਲੋਕ ਜਿੱਦਾਂ ਪਾਕਿਸਤਾਨੀ origin ਦੇ ਆ, ਯਾ ਜਿਹੜੇ ਜਿਹੜੇ ਈ ਵੀਜ਼ਾ ਨਹੀਂ ਅਪਲਾਈ ਕਰ ਸਕਦੇ ਹੈਗੇ ਉਹ ਪੇਪਰ ਵੀਜ਼ਾ ਵਾਸਤੇ ਜਾ ਸਕਦੇ ਹੈਗੇ ਆ। ਓਕੇ। ਸੋ ਜੀ। ਇਹਨਾਂ ਦੋਨਾਂ 'ਚ ਫ਼ਰਕ ਕੀ ਆ? ਮਤਲਬ ਮੈਨੂੰ ਈ ਵੀਜ਼ਾ ਅਪਲਾਈ ਕਰਨਾ ਚਾਹੀਦਾ, ਉਹ ਜੀ। ਬੈਸਟ ਆ ਜਾਂ ਫਿਰ ਪੇਪਰ ਵੀਜ਼ਾ? ਸੋ ਈ ਵੀਜ਼ਾ ਏਦਾਂ ਹੈਗਾ ਕਿ ਇਟਸ ਅ ਕੁਇਕ ਪ੍ਰੋਸੈਸ ਤੇ ਉਹ ਜਲਦੀ ਆ ਜਾਂਦਾ ਹੈਗਾ, ਫੀਸ ਵੀ ਥੋੜੀ ਘੱਟ ਹੈਗੀ ਹੈ। ਓਕੇ। ਪੇਪਰ ਵੀਜ਼ਾ ਮੈਂ ਤੁਹਾਨੂੰ ਦੱਸਦਾ, ਫੋਰ ਐਗਜ਼ਾਮਪਲ ਇੱਕ ਇੰਸਟੈਂਸ ਕਿ ਤੁਸੀਂ ਈ ਵੀਜ਼ਾ ਲਿੱਤਾ ਸੀਗਾ, ਠੀਕ ਹੈ ਹੂੰ, ਹੂੰ। ਨਾ। ਕੀ ਹੁੰਦਾ ਕਿ ਜਦੋਂ ਤੁਹਾਡਾ ਇੱਕ ਵੀਜ਼ਾ ਵੈਲਿਡ ਹੈ ਨਾ, ਫੋਰ ਐਗਜ਼ਾਮਪਲ ਤੁਸੀਂ 1 ਸਾਲ ਵਾਸਤੇ ਲਿੱਤਾ ਸੀ, ਬਿਲਕੁਲ। ਤੇ ਉਹ ਜਿਹੜਾ ਤੁਹਾਡਾ ਵੀਜ਼ਾ 1 ਸਾਲ ਵਾਸਤੇ ਵੈਲਿਡ ਹੈ ਤਾਂ ਤੱਕ ਤੁਸੀਂ ਇੱਕ ਹੋਰ ਈ ਵੀਜ਼ਾ ਅਪਲਾਈ ਨਹੀਂ ਕਰ ਸਕਦੇ ਜਦ ਤੱਕ ਤੁਹਾਡਾ ਉਹ ਵੀਜ਼ਾ ਖਤਮ ਨਹੀਂ ਹੋ ਜਾਂਦਾ। ਅੱਛਾ। ਨਾ ਉਹ ਤੁਸੀਂ ਕੀਤਾ ਸੀਗਾ, ਉਹ ਤੁਹਾਡੇ ਤੋਂ ਮਿਸਪਲੇਸ ਹੋ ਗਿਆ, ਹੂੰ, ਹੂੰ। ਠੀਕ ਹੈ। ਤੁਹਾਨੂੰ ਪਤਾ ਹੀ ਨਹੀਂ ਕਿ ਉਹ ਜਿਹੜਾ ਵੀਜ਼ਾ ਆਇਆ ਸੀਗਾ, ਨਾ ਤੁਹਾਡੇ ਕੋਲ ਈਮੇਲ ਹੈ, ਪੇਪਰ ਹੈ, ਕੁਝ ਨਹੀਂ ਹੈ, ਐਂਡ ਇਟਸ ਵੈਰੀ ਡਿਫਿਕਲਟ ਕਿ ਤੁਸੀਂ ਉਹਨੂੰ HCI ਤੋਂ, ਹਾਈ ਕਮਿਸ਼ਨ ਆਫ ਇੰਡੀਆ ਤੋਂ ਕਢਵਾ ਸਕੋਗੇ ਉਹ ਤੁਹਾਡਾ ਓਕੇ। ਜਿਹੜਾ ਵੀਜ਼ਾ। ਹੂੰ, ਸੋ ਕਈ ਵਾਰੀ ਇਟ ਗੈਟਸ ਵੈਰੀ ਟ੍ਰਿਕੀ, ਹੂੰ। ਜਾਂ ਫਿਰ ਕਈ ਵਾਰੀ ਕੀ ਹੁੰਦਾ ਕਿ ਲੋਕ ਨਾ 1 ਮਹੀਨੇ ਦਾ ਵੀਜ਼ਾ ਲਗਵਾ ਲੈਂਦੇ ਆ। ਓਕੇ। ਉਹਦੀ ਨਾ ਬੜਾ ਹੁੰਦਾ ਹੈ, ਇੱਕ ਟਾਈਮ ਫਰੇਮ ਹੁੰਦਾ ਹੈ ਕਿ ਤੁਸੀਂ ਉਸ ਟਾਈਮ ਦੇ ਵਿੱਚ ਹੀ ਟਰੈਵਲ ਕਰਨਾ ਹੁੰਦਾ ਹੈ। ਹਾਂਜੀ, ਓਕੇ। ਐਂਡ ਅਗੇਨ ਜੇ ਅਗਰ ਤੁਹਾਡੇ ਕੋਲ ਉਹ ਵੀਜ਼ਾ ਆਲਰੇਡੀ ਹੈਗਾ ਹੈ ਮਹੀਨੇ ਦਾ, ਤੇ ਤੁਸੀਂ ਇੱਕ ਹੋਰ ਅਪਲਾਈ ਨਹੀਂ ਕਰ ਸਕਦੇ। ਹੂੰ। ਸੋ ਉਸ ਇੰਸਟੈਂਸ ਦੇ ਵਿੱਚ ਯੂ ਕੈਨ ਗੋ ਫॉर द ਪੇਪਰ ਵੀਜ਼ਾ, ਠੀਕ ਹੈ। ਓਕੇ। ਜਾਂ ਫਿਰ ਇੱਕ ਇੰਸਟੈਂਸ ਕਿ ਜੇ ਅਗਰ ਤੁਹਾਡੀ ਕੰਟਰੀ ਨੈਸ਼ਨੈਲਿਟੀ ਇੰਡੀਆ ਅਲਾਉ ਨਹੀਂ ਕਰਦੀ ਹੂੰ, ਹੂੰ। ਕਿ ਤੁਸੀਂ ਈ ਵੀਜ਼ਾ ਲੈ ਸਕੋ, ਤੇ ਉਸ ਕੇਸ ਦੇ ਵਿੱਚ ਯੂ ਕੈਨ ਗੋ ਫॉर द ਪੇਪਰ ਵੀਜ਼ਾ। ਓਕੇ। ਮੇਜਰ ਡਿਫਰੈਂਸ ਇਹ ਹੈਗਾ, ਈ ਵੀਜ਼ਾ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ, ਆਨਲਾਈਨ ਹੀ ਲੱਗ ਕੇ ਆ ਜਾਂਦਾ ਹੈ। ਹੂੰ, ਹੂੰ। ਪੇਪਰ ਵੀਜ਼ਾ ਵਾਸਤੇ ਤੁਸੀਂ ਆਨਲਾਈਨ ਅਪਲਾਈ ਕਰਕੇ ਅਪਾਇੰਟਮੈਂਟ ਲੈ ਕੇ BFS ਜਾਣਾ ਪੈਂਦਾ ਹੈ, ਅੱਛਾ। ਐਂਡ ਤੁਹਾਨੂੰ ਸਬਮਿਟ ਕਰਨਾ ਪੈਂਦਾ ਹੈ, ਤੇ ਫਿਰ ਉਹ ਤੁਹਾਡੇ ਪਾਸਪੋਰਟ ਤੇ ਜਿਹੜੀ ਉਹ ਵੀਜ਼ਾ ਦਾ ਸਟicker ਹੈਗਾ ਉਹ ਐਂਡੋਸ ਹੋ ਕੇ ਆਉਂਦਾ ਹੈ। ਓਕੇ। ਐਂਡ ਜਿਹੜਾ ਈ ਵੀਜ਼ਾ ਹੈ ਉਹ ਤੁਹਾਨੂੰ ਈਮੇਲ 'ਚ ਆ ਜਾਂਦਾ। ਡਿਜੀਟਲੀ ਆ ਜਾਂਦਾ ਹੈ, ਹੂੰ। ਤੇ ਉਹ ਐਂਡੋਸ ਤੁਹਾਡੇ ਪਾਸਪੋਰਟ ਤੇ ਹੁੰਦਾ ਹੈ ਵਾਂਸ ਯੂ ਲੈਂਡ ਇਨ ਇੰਡੀਆ। ਓਕੇ। ਜੀ। ਤੇ ਫਿਰ ਕਿਹੜਾ ਬੈਸਟ ਵੀਜ਼ਾ ਹੈ? ਮਤਲਬ ਜੇ ਮੈਂ ਕਹਾਂ ਕਿ ਵੀ ਆਹ ਸੇਫ ਆ, ਹੀ ਲੈਣਾ ਚਾਹੀਦਾ ਮੈਨੂੰ, ਈ ਵੀਜ਼ਾ ਵਾਸਤੇ ਜਾਂ ਪੇਪਰ ਵੀਜ਼ਾ ਬੈਸਟ ਆ? ਜੇ ਅਗਰ ਤੁਹਾਡੀ ਕੰਟਰੀ ਤੁਹਾਨੂੰ ਈ ਵੀਜ਼ਾ, ਜਿੱਦਾਂ ਫॉर ਐਗਜ਼ਾਮਪਲ ਬ੍ਰਿਟਿਸ਼ ਨੈਸ਼ਨਲ ਵਾਸਤੇ ਈ ਹੂੰ। ਵੀਜ਼ਾ, ਦੇਖੋ ਜੇ ਤਾਂ ਤੁਹਾਡੇ ਕੋਲ OCI ਹੈ ਫਿਰ ਤੁਹਾਨੂੰ ਵੀਜ਼ਾ ਦੀ ਲੋੜ ਹੀ ਜ਼ਰੂਰਤ ਨਹੀਂ ਹੈ, ਨਹੀਂ, ਠੀਕ ਹੈ। ਹਾਂਜੀ। ਮਗਰ ਅਗਰ ਜੇ ਤੁਹਾਡੇ ਕੋਲ OCI ਨਹੀਂ ਹੈਗਾ, ਈ ਵੀਜ਼ਾ ਇਜ਼ ਬੈਸਟ ਬਿਕੋਜ਼ ਉਹ ਸਸਤਾ ਵੀ ਹੈ ਹੂੰ। ਐਂਡ ਜਲਦੀ ਪ੍ਰੋਸੈਸ ਵੀ ਹੋ ਜਾਂਦਾ ਹੈ। ਤੇ ਕਿੰਨਾ ਟਾਈਮ ਲੱਗਦਾ ਫਿਰ ਈ ਵੀਜ਼ਾ ਨੂੰ ਤੇ ਪੇਪਰ ਵੀਜ਼ਾ ਨੂੰ, ਦੋਨਾਂ ਨੂੰ? ਸੋ ਜਿਹੜਾ ਈ ਵੀਜ਼ਾ ਹੈਗਾ ਨਾਰਮਲੀ, ਸੋ ਜਦੋਂ ਅਸੀਂ ਵੀਜ਼ਾ ਅਪਲਾਈ ਕਰਦੇ ਹਾਂ, ਇਟ ਸੇਜ਼ ਯੂ ਸ਼ੁਡ ਗੈਟ ਦ ਵੀਜ਼ਾ ਵਿਦਿਨ 72 ਆਵਰਸ। ਓਕੇ। ਮਗਰ ਸਾਡੇ ਐਕਸਪੀਰੀਅੰਸ ਦੇ ਨਾਲ ਉਹ ਜਲਦੀ 72 ਆਵਰਸ ਤੋਂ ਪਹਿਲੇ ਆ ਜਾਂਦਾ ਹੈ। ਕਈ ਵਾਰੀ 1 ਦਿਨ ਵਿੱਚ ਵੀ ਆ ਜਾਂਦਾ ਹੈ, ਕਈ ਵਾਰੀ 2 ਦਿਨ ਅੱਛਾ। ਵਿੱਚ ਵੀ ਆ ਜਾਂਦਾ ਹੈ। ਸੋ ਇਟਸ ਅ ਵੈਰੀ ਕੁਇਕ ਪ੍ਰੋਸੈਸ, ਇਟਸ ਓਕੇ। ਵੈਰੀ ਕੁਇਕ। ਤੇ ਜਿਹੜਾ ਪੇਪਰ ਵੀਜ਼ਾ ਹੈਗਾ ਉਹਨੂੰ, ਕਿਉਂਕਿ ਤੁਸੀਂ ਅਪਾਇੰਟਮੈਂਟ ਵੀ ਲੈਣੀ ਹੈ, ਸਬਮਿਸ਼ਨ ਵੀ ਕਰਨੀ ਹੈ, ਤੇ 4 ਜ਼ਿਆਦਾ ਤੋਂ 6 ਟਾਈਮ ਹਫ਼ਤੇ ਚਾਹੀਦਾ। ਲੱਗ ਜਾਂਦੇ ਆ। ਯਾ ਸੋ ਮਤਲਬ ਜੇ ਐਮਰਜੈਂਸੀ ਲਈ ਵੀਜ਼ਾ ਲੈਣਾ ਹੋਵੇ ਜੀ। ਤੇ ਯੂ ਰეკਮੈਂਡ ਕਿ ਈ ਵੀਜ਼ਾ ਹਾਂ, ਇਜ਼ ਦ ਸੋ ਬੈਸਟ। 72 ਆਵਰਸ ਦੇ ਵਿੱਚ ਈ ਵੀਜ਼ਾ ਤੁਹਾਡਾ ਲੱਗ ਕੇ ਆ ਜਾਂਦਾ ਹੈਗਾ। So is there any like
ਵਰਕ ਸਰਵਿਸ ਵੀਜ਼ਾ ਐਸ ਵੈਲ ਫॉर ਇੰਡੀਆ, ਮਤਲਬ ਕਿਦਾਂ? ਸੋ ਜਿਹੜਾ ਤੁਸੀਂ ਵਰਕਸ ਵਾਕੇਬਲ ਕਹਿ ਰਹੇ ਹੈਗੇ ਹੋ, ਨਹੀਂ ਕੋਈ ਵਾਕ ਇਨ ਵੀਜ਼ਾ ਜਾ ਕੇ ਤੁਸੀਂ ਨਹੀਂ ਲੈ ਸਕਦੇ ਹੈਗੇ। ਓਕੇ। ਸੋ ਤੁਹਾਨੂੰ ਆਨਲਾਈਨ ਅਪਲਾਈ ਕਰਕੇ ਫੇਰ ਹੀ, ਹਾਂ ਇੱਕ ਇੰਸਟੈਂਸ ਹੁੰਦਾ ਹੈ, ਤੁਸੀਂ ਹੁਣੇ ਹੀ ਜਿੱਦਾਂ ਮੈਂਸ਼ਨ ਕੀਤਾ ਰੀਮਾ ਕਿ ਕੋਈ ਐਮਰਜੈਂਸੀ ਹੈ, ਸੇਮ ਡੇ ਤੁਸੀਂ ਟਰੈਵਲ ਕਰਨਾ ਹੈ, ਫॉर ਐਗਜ਼ਾਮਪਲ ਦਿਸ ਡੈਥ ਇਨ ਫੈਮਿਲੀ ਐਂਡ ਯੂ ਵਾਂਟ ਟੂ ਟਰੈਵਲ ਸੇਮ ਡੇ, ਮਗਰ ਈ ਵੀਜ਼ੇ ਨੂੰ ਵੀ 72 ਘੰਟੇ ਲੱਗਣੇ ਆ, ਦੂਜਾ ਵੀ ਨਹੀਂ ਆ ਸਕਦਾ। ਸੋ ਉਸ ਕੇਸ ਵਿੱਚ ਕੀ ਹੁੰਦਾ ਹੈ, ਯੂ ਹੈਵ ਟੂ ਕੰਟੈਕਟ HCI, ਹਾਈ ਕਮਿਸ਼ਨ ਆਫ ਇੰਡੀਆ, ਤੇ ਉਹਦਾ ਇੱਕ ਈਮੇਲ ਐਡਰੈਸ ਹੈ, ਤੁਹਾਨੂੰ ਉੱਥੇ ਜਿਹੜਾ ਡਿਸੀਜ਼ ਦਾ ਹੈਗਾ ਡੈਥ ਸਰਟੀਫਿਕੇਟ ਪਲੱਸ ਆਪਣੇ ਪਾਸਪੋਰਟ ਦੀ ਕਾਪੀ ਤੇ ਪਲੱਸ ਕੁਝ ਤੁਹਾਨੂੰ ਡੀਟੇਲਸ ਭੇਜਣੀ ਪੈਂਦੀ ਹੈ ਕਿ ਯੂ نو ਇਹ ਐਮਰਜੈਂਸੀ ਹੈ, ਤੇ ਉਹ ਉਸੇ ਦਿਨ ਦੀ ਤੁਹਾਨੂੰ ਅਪਾਇੰਟਮੈਂਟ ਦੇ ਦਿੰਦੇ ਆ, ਤੇ ਉਸੇ ਦਿਨ ਤੁਹਾਡਾ ਵੀਜ਼ਾ ਸੇਮ ਡੇ ਲੱਗ ਜਾਂਦਾ ਹੈਗਾ, ਜਿਹਨੂੰ ਐਮਰਜੈਂਸੀ ਵੀਜ਼ਾ ਕਹਿੰਦੇ ਆ। ਤੇ ਜਦੋਂ ਤੁਸੀਂ ਟੂਰ ਲੈ ਕੇ ਜਾਂਦੇ ਆ, ਆਬਵੀਅਸਲੀ ਉਦੋਂ ਵੀ ਜੇ ਕਿਸੇ ਨੂੰ ਵੀ ਵੀਜ਼ੇ ਦੀ ਜ਼ਰੂਰਤ ਪੈਂਦੀ ਹੈ ਤਾਂ ਇਟਸ ਆਲ ਪਾਰਟ ਆਫ ਇਟ। ਬਿਲਕੁਲ ਰੀਮਾ, ਸੋ ਕਈ ਟੂਰਸ ਹੈ ਜਿਹਦੇ ਵਿੱਚ ਸਾਰਿਆਂ ਨੂੰ ਵੀਜ਼ੇ ਦੀ ਲੋੜ ਪੈਂਦੀ ਹੈ। ਫॉर ਐਗਜ਼ਾਮਪਲ ਸ਼੍ਰੀਲੰਕਾ ਦਾ ਟੂਰ ਹੈ, ਈਜਿਪਟ ਦਾ ਟੂਰ ਹੈ, ਪਾਕਿਸਤਾਨ ਦਾ ਹੈ। ਸੋ ਉਹ ਅਸੀਂ ਕੀ ਕਰਦੇ ਹਾਂ ਕਿ ਉਹ ਅਸੀਂ ਪੈਕੇਜ ਦੇ ਵਿੱਚ ਹੀ ਇਨਕਲੂਡ ਕਰ ਦਿੰਦੇ ਹਾਂ, ਕਿਉਂਕਿ ਬਾਰ-ਬਾਰ ਸਾਨੂੰ ਕਾਸਟ ਡਿਕਰੀਜ਼ ਨਾ ਕਰਨੀ ਪਏ। ਮਗਰ ਹੁਣ ਜਿੱਦਾਂ ਫॉर ਐਗਜ਼ਾਮਪਲ ਇੰਡੀਆ ਦਾ ਟੂਰ ਹੈ, ਜ਼ਿਆਦਾਤਰ ਲੋਕਾਂ ਕੋਲ OCI ਹੈਗੇ ਆ, 90% ਪੀਪਲ ਹੈਵ OCI। ਸੋ ਜਿਨ੍ਹਾਂ ਨੂੰ ਬਾਕੀਆਂ ਨੂੰ ਲੋੜ ਹੁੰਦੀ ਹੈ, ਹਾਂ ਸਾਡੀ ਟੀਮ ਤੁਹਾਨੂੰ ਹੈਲਪ ਕਰਦੀ ਹੈ ਟੂ ਗੈਟ ਦ ਵੀਜ਼ਾਸ। ਚਲੋ ਦੈਟਸ ਗ੍ਰੇਟ। ਜਿੱਦਾਂ ਕਿ ਮੈਂ ਹਮੇਸ਼ਾ ਕਹਿੰਦੀ ਆ ਕਿ ਬਸ ਸਿਰਫ ਤੁਹਾਨੂੰ ਇੱਕ ਫੋਨ ਨੰਬਰ ਘੁਮਾਉਣ ਦੀ ਜ਼ਰੂਰਤ ਆ ਔਰ ਤੁਹਾਡਾ ਸਾਰਾ ਸਟ੍ਰੈਸ ਇਦਾਂ ਹੀ ਚਲਾ ਜਾਂਦਾ। ਔਰ ਹੁਣ ਤਾਂ ਅੱਜ ਤਾਂ ਅਸੀਂ ਗੱਲ ਕੀਤੀ ਆ ਕੇਰਲਾ ਦੀ, ਐਂਡ ਸਪੈਸ਼ਲੀ ਮਨਦੀਪ ਜੀ, ਉਹ ਆਪ ਪਹਿਲਾਂ ਸਾਰਾ ਕੁਝ ਐਕਸਪੀਰੀਅੰਸ ਕਰਦੇ ਆ। ਸੋ ਤੁਹਾਨੂੰ ਕੋਈ ਵੀ ਪੁੱਛਣਾ ਹੋਵੇ, ਸੁਜੈਸ਼ਨ ਲੈਣਾ ਹੋਵੇ, ਰეკਮੈਂਡੇਸ਼ਨ ਕਰਨਾ ਹੋਵੇ, ਸਾਡੇ ਕੋਲ ਲਾਈਵ ਐਗਜ਼ਾਮਪਲ ਹੁੰਦਾ ਹੈ ਮਨਦੀਪ ਜੀ, ਡਾਇਰੈਕਟਰ ਆਫ ਫੇਅਰ ਟਰੈਵਲ। ਥੈਂਕ ਯੂ ਸੋ ਮਚ ਮਨਦੀਪ ਜੀ ਤੁਹਾਡੇ ਆਨਸਰਸ ਲਈ। ਇਟਸ ਰੀਲੀ ਬਿਊਟੀਫੁਲ। ਵੀ ਆਰ ਲੁਕਿੰਗ ਫੋਰਵਰਡ ਕੇਰਲਾ ਦਾ ਟ੍ਰਿਪ, ਔਰ ਅਸੀਂ ਇੰਸਟਾਗ੍ਰਾਮ ਤੇ ਨਜ਼ਰ ਰੱਖਾਂਗੇ ਕਿ ਤੁਸੀਂ ਕਿੱਥੇ ਕਿੱਥੇ ਗਏ ਆ ਤੇ ਕਿਹੜੇ ਕਿਹੜੇ ਮਸਾਜਸ ਕਰਾਏ ਆ। 100% ਰੀਮਾ ਜੀ, ਥੈਂਕ ਯੂ ਸੋ ਮਚ ਵਾਂਸ ਅਗੇਨ ਫॉर ਟੇਕਿੰਗ ਅਸ ਥਰੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।